4 ਜੁਲਾਈ 1955 ਜਾਣੀ ਕਿ 1947 ਵਿੱਚ ਦੇਸ਼ ਆਜ਼ਾਦ ਹੁੰਦਾ ਹੈ ਤਾਂ ਉਸ ਤੋਂ 8 ਸਾਲ ਬਾਅਦ ਹੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਹਮਲਾ ਹੁੰਦਾ ਹੈ। ਇਸ ਚੀਜ਼ ਨੂੰ ਯਾਦ ਕਰਦੇ ਹੋਏ ਕੱਢਿਆ ਜਾ ਰਿਹਾ ਹੈ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ। ਔਰ ਇਹ ਮਾਰਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਅਰਦਾਸ ਕਰੇਗਾ। ਇਤਿਹਾਸ ਦੀ ਸਾਂਝ ਪਾ ਰਹੇ ਸੀਗੇ ਕਿ 1955 ਦੇ ਵਿੱਚ ਅਸ਼ਵਨੀ ਕੁਮਾਰ ਨਾਮ ਦੇ ਪੁਲਿਸ ਡਿਪਾਰਟਮੈਂਟ ਦੇ ਵੱਲੋਂ SSP ਦੇ ਵੱਲੋਂ ਇੱਥੇ ਦਰਬਾਰ ਸਾਹਿਬ ਦੇ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਲਿਆ ਕੇ ਹਮਲਾ ਕੀਤਾ ਗਿਆ। ਸੋ ਇਹ ਉਦੋਂ ਦਾ ਇਤਿਹਾਸ ਹੈਗਾ ਔਰ ਕਾਰਨ ਪੰਜਾਬੀ ਸੂਬੇ ਦੀ ਮੰਗ ਸੀਗੀ ਔਰ ਉਸ ਚੀਜ਼ ਨੂੰ ਯਾਦ ਕਰਦਿਆਂ ਹੋਇਆਂ ਅੱਜ ਇਹ ਜਿਹੜੀਆਂ ਸੰਗਤਾਂ ਨੇ ਅੱਜ ਮਾਰਚ ਕੱਢ ਰਹੀਆਂ ਨੇ ਕਿਉਂਕਿ ਸ਼ੁਰੂਆਤੀ ਦੌਰ ਤੋਂ ਹੀ ਸ਼੍ਰੀ ਦਰਬਾਰ ਸਾਹਿਬ ਜਾਂ ਇਸ ਦੇ ਉੱਪਰ ਬਹੁਤ ਸਾਰੇ ਹਮਲੇ ਹੋਏ ਨੇ। ਸਿੱਖਾਂ ਦੇ ਮੁਕੱਦਸ ਅਸਥਾਨ ਦੇ ਉੱਪਰ ਅਬਦਾਲੀ ਦੇ ਸਮੇਂ ਵੀ ਇਸ ਅਸਥਾਨ ਨੂੰ ਜਿਹੜਾ ਸੀਗਾ ਉਹ ਢਹਿ ਢੇਰੀ ਕਰ ਦਿੱਤਾ ਗਿਆ ਸੀਗਾ ਔਰ ਉਸਦੀ ਮੌਤ ਵੀ ਜਿਹੜੀ ਆ ਉਸਦਾ ਕਾਰਨ ਵੀ ਇਹੀ ਬਣਿਆ ਸੀ ਕਿਉਂਕਿ ਇੱਥੋਂ ਬਾਰੂਦ ਤੋਂ ਜਦੋਂ ਬਾਰੂਦ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਇੱਟ ਆ ਕੇ ਉਸਦੇ ਨੱਕ 'ਤੇ ਵੱਜੀ ਸੀਗੀ, ਜਿਸ ਤੋਂ ਬਾਅਦ ਲੰਬਾ ਸਮਾਂ ਬਿਮਾਰ ਰਹਿਣ ਤੋਂ ਬਾਅਦ ਉਹ ਇਸ ਦੁਨੀਆ ਤੋਂ ਰਵਾਨਾ ਹੋ ਗਿਆ। ਉਸਦਾ ਉਹ ਜ਼ਖਮ ਜਿਹੜਾ ਉਹ ਠੀਕ ਨਹੀਂ ਹੋ ਸਕਿਆ। ਸੋ ਕਈਆਂ ਨੇ ਕੋਸ਼ਿਸ਼ ਕੀਤੀ ਸੀਗੀ ਇੱਥੇ ਬੇਅਦਬੀ ਕਰਨ ਦੀ ਔਰ ਇਹੀ ਸਭ ਕੁਛ 4 ਜੁਲਾਈ 1955 ਨੂੰ ਵੀ ਹੋਇਆ, ਜਿਸ ਵਿੱਚ ਜੋੜੇ ਲੈ ਕੇ ਜਿਹੜੀ ਪੁਲਿਸ ਹੈ ਉਹ ਅੰਦਰ ਪਹੁੰਚਦੀ ਹੈਗੀ ਦਰਬਾਰ ਸਾਹਿਬ ਦੇ ਅੰਦਰ ਔਰ ਉਸ ਫਿਰ ਬੇਅਦਬੀ ਜਿਹੜੀ ਆ ਉਹ ਕੀਤੀ ਜਾਂਦੀ ਹੈ। ਸੰਗਤਾਂ ਦੇ ਉੱਪਰ ਲਾਠੀਆਂ ਜਿਹੜੀਆਂ ਉਹ ਵਰਾਈਆਂ ਜਾਂਦੀਆਂ ਨੇ ਔਰ ਸਿੱਖ ਜਿਹੜੇ ਨੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ। ਇੱਕ ਕੰਧ ਜਿਹੜੀ ਹੈਗੀ ਆ ਉਹ ਵੀ ਉੱਥੇ ਡਿੱਗ ਜਾਂਦੀ ਹੈ ਦਰਬਾਰ ਸਾਹਿਬ ਦੇ ਲਾਗੇ ਔਰ ਉਹਦੇ ਥੱਲੇ ਆ ਕੇ ਹੇਠਾਂ ਆ ਕੇ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਜ਼ਖਮੀ ਹੋ ਜਾਂਦੀ ਹੈ। ਉਹਨਾਂ ਨੂੰ ਫਿਰ ਹਸਪੀਟਲ ਦੇ ਵਿੱਚ ਜਿਹੜਾ ਉਹ ਭਰਤੀ ਕਰਵਾਇਆ ਜਾਂਦਾ ਹੈ। ਸੋ ਪੁਲਿਸ ਫੋਰਸ ਵੱਲੋਂ ਇਹ ਤਸ਼ੱਦਦ ਜਿਹੜਾ ਹੈਗਾ ਉਦੋਂ ਕੀਤਾ ਗਿਆ ਔਰ ਬੂਟਾਂ ਸਣੇ ਜਿਹੜੀ ਪੁਲਿਸ ਸੀਗੀ ਉਦੋਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਈ ਸੀਗੀ। ਉਸ ਸਮੇਂ ਦੇ ਇਤਿਹਾਸ ਨੂੰ ਅੱਜ ਫੇਰ ਸੰਗਤਾਂ ਜਿਹੜੀਆਂ ਉਹ ਯਾਦ ਕਰਦੀਆਂ ਨੇ ਕਿ ਕਿਸ ਪ੍ਰਕਾਰ ਉਦੋਂ ਸਿੱਖਾਂ ਨੂੰ ਜਿਹੜਾ ਸੀਗਾ ਇਸ ਪ੍ਰਕਾਰ ਜਿਹੜਾ ਸੀਗਾ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਦੇ ਮੁਕੱਦਸ ਅਸਥਾਨ ਦੀ ਜੇ ਅਸੀਂ ਗੱਲ ਕਰੀਏ ਤਾਂ ਮੁਕੱਦਸ ਅਸਥਾਨ ਦੀ ਜਿਹੜੀ ਬੇਅਦਬੀ ਜਿਹੜੀ ਹੈ ਮਰਿਆਦਾ ਜਿਹੜੀ ਉਹ ਭੰਗ ਕੀਤੀ ਗਈ ਸੀਗੀ। ਜਥੇਦਾਰ ਸੀਗੇ ਜਿਹੜੇ ਉਸ ਸਮੇਂ ਉਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਪੰਜਾਬੀ ਸੂਬੇ ਦੀ ਮੰਗ ਨੂੰ ਦਬਾਉਣ ਦੇ ਲਈ ਇੰਨਾ ਵੱਡਾ ਐਕਸ਼ਨ ਜਿਹੜਾ ਸੀਗਾ ਉਹ ਲਿਆ ਗਿਆ ਸੀ। ਸੋ ਜਿਹੜਾ ਮਾਰਚ ਜਿਹੜਾ ਹੈਗਾ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਉਹ ਜਾ ਰਿਹਾ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ। ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜੇ ਨੇ ਇਹ ਸਿੱਖ ਸੰਗਤਾਂ ਜਿਹੜੀਆਂ ਨੇ ਇਹ ਜਾ ਰਹੀਆਂ ਨੇ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰਦੇ ਆ ਵੀ ਉਹਨਾਂ ਦਾ ਕੀ ਕਹਿਣਾ। ਭਾਈ ਸਾਹਿਬ ਜੀ ਅੱਜ 1955 ਨੂੰ ਯਾਦ ਕੀਤਾ ਜਾ ਰਿਹਾ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਤਿਹਾਸ ਨੂੰ ਯਾਦ? ਦੇਖੋ ਇਹ ਉਹਨਾਂ ਲੋਕਾਂ ਨੂੰ ਭੈਣ ਜੀ ਜਵਾਬ ਆ ਕਿ ਜਿਹੜੇ ਲੋਕ ਕਹਿੰਦੇ ਕਿ 1984 ਦਾ ਜਿਹੜਾ ਹਮਲਾ ਹੈ ਸੰਤ ਜਰਨੈਲ ਸਿੰਘ ਹੁਣਾਂ ਕਰਕੇ ਹੋਇਆ ਸੀਗਾ ਤੇ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੇ 1955 ਦੇ ਵਿੱਚ ਤੇ ਸੰਤ ਜਰਨੈਲ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਤੇ ਨਹੀਂ ਸੀਗੇ, ਦਰਬਾਰ ਸਾਹਿਬ ਦੇ ਵਿੱਚ ਨਹੀਂ ਸੀਗੇ ਤੇ ਉਦੋਂ ਕਿਉਂ ਹਮਲਾ ਕੀਤਾ ਗਿਆ? ਇਹ ਸਿੱਖਾਂ ਦੀ ਵੱਖਰੀ ਪਛਾਣ ਦੇ ਉੱਤੇ ਹਮਲਾ ਆ ਜਿਹੜਾ ਸ਼ੁਰੂ ਤੋਂ ਕੀਤਾ ਜਾ ਰਿਹਾ ਵਾ ਤੇ ਹੁਣ ਤੱਕ ਵੀ ਉਹ ਜਾਰੀ ਆ। ਅੱਜ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਹੀਂ ਹਨ ਤੇ ਅੱਜ ਫਿਰ ਕਿਉਂ ਬੱਚਿਆਂ ਦੇ ਉੱਤੇ ਨਜਾਇਜ਼ ਕੇਸ ਪਾ ਕੇ ਤੇ ਅੰਦਰ ਸੁੱਟਿਆ ਜਾ ਰਿਹਾ ਵਾ? ਸੋ ਇਹ ਸਾਡੀ ਵੱਖਰੀ ਹੋਂਦ ਦੇ ਉੱਤੇ ਜਿਹੜਾ ਇੱਕ ਹਮਲਾ ਆ ਜਿਹੜਾ ਹਜੇ ਤੱਕ ਜਾਰੀ ਹੈ ਜੀ। ਉਸ ਦਿਨ ਕੀ ਹੋਇਆ ਕੀ ਸੀਗਾ 4 ਜੁਲਾਈ ਨੂੰ?
4 ਜੁਲਾਈ ਨੂੰ ਉਸ ਦਿਨ ਕੀ ਹੋਇਆ ਸੀ, ਇਤਿਹਾਸ ਕੀ ਕਹਿੰਦਾ? ਦੇਖੋ, ਮਹਿਜ 8 ਸਾਲ ਬਾਅਦ ਤੇ 1950 ਵਿੱਚ ਸੰਵਿਧਾਨ ਲਾਗੂ ਹੋਇਆ ਤੇ ਇਹ ਜਿਹੜਾ ਹਮਲਾ ਸੀਗਾ ਇਹ ਭਾਰਤੀ ਸਟੇਟ ਦੀ ਮਾਨਸਿਕਤਾ ਨੂੰ ਦੱਸ ਰਿਹਾ ਸੀਗਾ। ਜਿਸ ਹਕੂਮਤ ਨੂੰ ਘੜਨ ਲਈ ਅਸੀਂ 90% ਕੁਰਬਾਨੀ ਦਿੱਤੀ, ਉਹ ਹਕੂਮਤ 1% ਵੀ ਸਾਨੂੰ ਸੱਤਾ ਦੇ ਵਿੱਚ ਜਿਹੜਾ ਸ਼ੇਅਰ ਨਹੀਂ ਦੇਣਾ ਚਾਹੁੰਦੀ ਸੀਗੀ। ਇਹ ਮਹਿਜ 8 ਸਾਲ ਬਾਅਦ ਹੀ ਪਤਾ ਲੱਗ ਗਿਆ, ਪਰ ਸਾਡੀ ਲੀਡਰਸ਼ਿਪ ਨੇ ਉਦੋਂ ਸਹੀ ਨਿਰਣਾ ਨਹੀਂ ਲਿਆ। ਜਿਹੜਾ ਸਹੀ ਨਿਰਣਾ ਉਸ ਤੋਂ ਬਾਅਦ 1984 ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਲਿਆ, ਜਿਨ੍ਹਾਂ ਨੇ ਕੌਮੀ ਘਰ ਦੀ ਗੱਲ ਕੀਤੀ। ਅਸਲ 4 ਜੁਲਾਈ ਨੂੰ ਘਟਨਾ ਤੁਸੀਂ 1984 ਦੀ ਗੱਲ ਵੀ ਕਰਦੇ ਹੋ, 1955 ਦੀ ਗੱਲ ਵੀ ਕਰਦੇ ਹੋ, ਪਰੰਤੂ 1955 ਨੂੰ ਲੋਕੀ ਬਹੁਤਾ ਨਹੀਂ ਜਾਣਦੇ ਹੈਗੇ। 1984 ਨੂੰ ਬਹੁਤ ਲੋਕ ਜਾਣਦੇ ਨੇ, ਉਹਦੀਆਂ ਵੀਡੀਓਜ਼ ਨੇ। 1955 ਨੂੰ ਅਸਲ ਦੇ ਵਿੱਚ ਕਾਰਨ ਕੀ ਸੀਗਾ ਇਸ ਹਮਲੇ ਦਾ? ਦੇਖੋ, 1955 ਵਾਲੇ ਹਮਲੇ ਨੂੰ ਇਹਨਾਂ ਨੇ ਇੰਨਾ ਦਬਾ ਲਿਆ ਕਿ ਉਹ ਜਿਹੜਾ ਉਹ ਨਿਕਲ ਕੇ ਨਹੀਂ ਆਇਆ। ਉਦੋਂ ਉਹਨਾਂ ਨੇ ਪ੍ਰੈਸ ਤੇ 10 ਦਿਨ ਲਗਾਤਾਰ ਪਾਬੰਦੀ ਰੱਖੀ। ਅਕਾਲੀ ਪੱਤਰਕਾਰ ਦਾ ਜਿੰਨਾ ਪ੍ਰਿੰਟ ਸੀਗਾ, ਜਿੰਨਾ ਕਾਗਜ਼ ਸੀ, ਉਹ ਚੱਕ ਕੇ ਲੈ ਗਏ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹਨਾਂ ਨੇ ਅਰੈਸਟ ਕੀਤਾ। ਜਿਹੜੇ ਹੈੱਡ ਗ੍ਰੰਥੀ ਸੀ ਉਹਨਾਂ ਨੂੰ ਘਰੋਂ ਕੱਢ ਕੇ ਜਲੀਲ ਕੀਤਾ। ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਜੀ ਨੂੰ ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ। ਮਤਲਬ ਉਹਨਾਂ ਨੇ ਜਿੰਨਾ ਸਾਨੂੰ ਜਲੀਲ ਕਰ ਸਕਦੇ ਸੀਗੇ ਉਹਨਾਂ ਨੇ ਸਾਨੂੰ ਜਲੀਲ ਕੀਤਾ। ਪੰਜਾਬੀਆਂ ਨੇ, ਸਿੱਖਾਂ ਨੇ ਤਾਂ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਸੀ ਦੇਸ਼ ਆਜ਼ਾਦ ਕਰਾਉਣ ਲਈ, ਫਿਰ ਇਹ ਹਮਲਾ ਕਿਉਂ ਹੋਇਆ, ਜਲੀਲ ਕਿਉਂ ਕੀਤਾ? ਨਹੀਂ, ਦੇਖੋ, ਜਿਹੜੀ ਇੱਕ ਨਵੀਂ ਸਟੇਟ ਦਾ ਨਵਾਂ ਇੱਕ ਮਾਡਰਨਿਟੀ ਦਾ ਜਿਹੜਾ ਦੇਸ਼ਾਂ ਦਾ ਇੱਕ ਸੰਕਲਪ ਆਇਆ ਸੀਗਾ, ਸਿੱਖਾਂ ਨੇ ਉਹਦੇ 'ਚ ਧੋਖਾ ਖਾ ਲਿਆ। ਸਭ ਤੋਂ ਜਿਹੜੀ ਵੱਡੀ ਗੱਲ ਹੈ ਨਾ, ਅਸਲ ਦੇ ਵਿੱਚ ਜਿਹੜੀ ਸਟੇਟ ਸੀਗੀ, ਇਹ ਸਟੇਟ ਕੋਈ ਭਾਰਤੀ ਸਟੇਟ ਨਹੀਂ ਸੀ। ਅਸਲ 'ਚ ਹਿੰਦੂ ਸਟੇਟ ਸੀ, ਜਿਹਨੇ ਸੈਕੂਲਰਿਜ਼ਮ ਦਾ ਪਰਦਾ ਪਾਇਆ ਹੋਇਆ ਸੀ ਆਪਣੇ ਉੱਤੇ, ਧਰਮ ਨਿਰਪੱਖਤਾ ਦਾ, ਜਿਹੜਾ ਕਿ ਮਤਲਬ ਬਹੁਤ ਛੇਤੀ ਸਿੱਖਾਂ ਲਈ ਲੱਥ ਗਿਆ। ਪਰ ਸਿੱਖ ਲੀਡਰਸ਼ਿਪ ਨੇ ਉਦੋਂ ਇਸ ਨੂੰ ਉਸ ਤਰੀਕੇ ਨਾਲ ਪ੍ਰਵਾਨ ਨਹੀਂ ਕੀਤਾ। ਜੇ 55 ਦੀ ਘਟਨਾ ਨੂੰ ਆਧਾਰ ਬਣਾਇਆ ਹੁੰਦਾ ਤਾਂ ਕਦੀ 84 ਵਾਲੀ ਘਟਨਾ ਨਹੀਂ ਵਾਪਰਨੀ ਸੀ। ਯਾਨੀ ਕਿ ਉਦੋਂ ਜੇ ਲੋਕ ਸਮਝ ਜਾਂਦੇ ਤਾਂ ਫਿਰ 84 ਨਾ ਵਾਪਰੇ। ਹਾਂਜੀ, ਉਦੋਂ ਜੇ ਲੋਕ ਸਮਝ ਜਾਂਦੇ ਤਾਂ 84 ਨਾ ਵਾਪਰੇ। ਬਿਲਕੁਲ 84 ਵਾਪਰਦੀ ਵੀ ਨਾ, ਤੇ ਸਿੱਖਾਂ ਕੋ ਆਪਣਾ ਕੌਮੀ ਘਰ ਵੀ ਹੁੰਦਾ। ਕਿਉਂਕਿ ਹੁਣ ਸਟੇਟ ਜਿੰਨੀ ਡੀਪ ਹੋ ਗਈ ਆ, ਉਹਨਾਂ ਲੜਨਾ ਸਿੱਖਾਂ ਲਈ ਉਨਾ ਹੀ ਔਖਾ ਹੋ ਰਿਹਾ। ਸੋ ਭਾਈ ਸਾਹਿਬ ਉਹਨਾਂ ਦਾ ਕਹਿਣਾ ਹੈ ਕਿ 1955 ਦੀ ਜਿਹੜੀ ਘਟਨਾ ਸੀਗੀ, ਜੇ ਤੋਂ ਕਿਤੇ ਸੇਧ ਲੈ ਲਈ ਜਾਂਦੀ ਤਾਂ 1984 ਦੇ ਵਿੱਚ ਇੰਨਾ ਵੱਡਾ ਕਾਂਡ ਜਿਹੜਾ ਸੀਗਾ ਹੋਇਆ ਉਹ ਨਾ ਹੁੰਦਾ। ਸੋ ਹੋਰ ਵੀ ਸਿੱਖ ਮੌਜੂਦ ਨੇ। ਇਹ ਲਿਖਿਆ ਹੋਇਆ 4 ਜੁਲਾਈ 1955 ਦਰਬਾਰ ਸਾਹਿਬ। ਸੋ ਇਹ ਤਸਵੀਰ ਜਿਹੜੀ ਆ ਇੱਕ ਵਾਰ ਮੈਂ ਜ਼ਰੂਰ ਚਾਹੂੰਗੀ ਦਿਖਾ ਦਿੱਤੀ ਜਾਵੇ। ਇਹ ਹਕੂਮਤੀ ਜ਼ਬਰ ਦੀ ਮੂੰਹ ਬੋਲਦੀ ਤਸਵੀਰ ਹੈਗੀ ਉਦੋਂ ਦੀ। ਇਹ ਸਰੋਵਰ ਹੈਗੀ ਆ ਔਰ ਇਹ ਬਿਲਡਿੰਗ ਜਿਹੜੀ ਇੱਥੇ ਸੜ ਰਹੀ ਹੈ। ਹੋਰ ਵੀ ਤਸਵੀਰਾਂ ਹੈਗੀਆਂ ਨੇ, ਦਿਖਾ ਦਿੱਤੀਆਂ ਜਾਣ। 1955 ਔਰ 1984 ਦੋਨਾਂ ਦੇ ਹਾਲਾਤ ਜਿਹੜੇ ਉਹ ਬਿਆਨ ਕਰਦੀਆਂ ਹੋਈਆਂ ਤਸਵੀਰਾਂ ਨੇ। ਪਿੱਛੇ ਹੋਰ ਵੀ ਤਸਵੀਰਾਂ ਜ਼ਰੂਰ ਇਹ ਦਿਖਾ ਦਿਓ ਜੀ। ਇਹ ਲਾਠੀ ਚਾਰਜ ਜਿਹੜਾ ਕੀਤਾ ਗਿਆ ਸੀਗਾ, ਇੱਕ ਕੰਧ ਵੀ ਡਿੱਗ ਗਈ ਸੀ ਇਸ ਸਮੇਂ ਦੇ ਦੌਰਾਨ ਜਦੋਂ ਸਿੱਖ ਕਾਫੀ ਜ਼ਖਮੀ। ਹਾਂਜੀ, ਬਹੁਤ ਵੱਡੀ ਪੱਧਰ ਦੇ ਉੱਤੇ, ਕਿਉਂਕਿ ਸੰਗਤ ਦਾ ਇਕੱਠ ਸੀ। ਕੋਈ 2 ਲੱਖ ਤੋਂ ਜ਼ਿਆਦਾ ਸੰਗਤ ਇੱਥੇ ਦਰਬਾਰ ਸਾਹਿਬ ਦੇ ਉੱਤੇ ਇਕੱਤਰ ਹੋਈ ਸੀ। ਤੇ ਉਦੋਂ ਫੌਜ ਨੇ, ਉਦੋਂ ਵੀ ਜਿਹੜਾ ਫੌਜ ਸੀ ਉਹਨੇ ਆਪਣਾ ਅੰਨਾ ਪ੍ਰਦਰਸ਼ਨ ਕੀਤਾ ਸ਼ਕਤੀ ਦਾ, ਤੇ ਸੰਗਤਾਂ ਨੂੰ ਇਹਨੇ ਹੱਥਿਆਂ ਦੇ ਉੱਤੇ ਲਾਠੀ ਚਾਰਜ ਕੀਤਾ। ਜਦੋਂ ਸੰਗਤ ਵਿੱਚ ਭਗਦੜ ਮਚੀ ਆ, ਕਿਉਂਕਿ ਉਸ ਟਾਈਮ ਦੇ ਉੱਤੇ ਉਹ ਕੰਧ ਕੱਚੀ ਸੀ, ਤੇ ਉਹ ਕੰਧ ਡਿੱਗਣ ਦੇ ਨਾਲ, ਕੰਧ ਕਾਫੀ ਉਹਦੀ ਹਾਈਟ ਜ਼ਿਆਦਾ ਸੀ, ਜਦੋਂ ਕੰਧ ਡਿੱਗੀ ਆ ਤੇ ਕਾਫੀ ਸੰਗਤ ਜਿਹੜੀ ਹੈਗੀ ਉਹ ਕੰਧ ਦੇ ਥੱਲੇ ਆ ਕੇ ਜ਼ਖਮੀ ਵੀ ਹੋਈ, ਤੇ ਉਹਦੇ ਵਿੱਚ ਬਹੁਤ ਸਾਰਾ ਸੰਗਤ ਦਾ ਨੁਕਸਾਨ ਵੀ ਹੋਇਆ ਸੀ ਉਸ ਟਾਈਮ ਦੇ ਉੱਤੇ। ਕੀ ਮਾਹੌਲ ਕੀ ਸੀਗਾ? ਪੰਜਾਬੀ ਸੂਬੇ ਦੀ ਮੰਗ ਨੂੰ ਦਬਾਉਣ ਦੇ ਲਈ ਏਡੇ ਵੱਡੇ ਪੱਧਰ ਦੇ ਉੱਪਰ ਹਮਲਾ ਹੋਇਆ। ਅਸਲ ਦੇ ਵਿੱਚ ਉਹ ਮੋਰਚਾ ਸਿਰਫ ਇਸ ਗੱਲ ਦਾ ਸੀਗਾ ਕਿ ਅਗਰ ਪੂਰੇ ਭਾਰਤ ਦੇ ਵਿੱਚ ਜਿਹੜੇ ਖਿੱਤੇ ਬਣੇ ਆ, ਜਿਹੜੇ ਉਹ ਸੂਬੇ ਬਣੇ ਆ, ਉਹ ਸਾਰੇ ਭਾਸ਼ਾ ਦੇ ਆਧਾਰ ਦੇ ਉੱਤੇ ਬਣੇ, ਤੇ ਕੱਲਾ ਪੂਰੇ ਭਾਰਤ ਵਿੱਚ ਪੰਜਾਬ ਹੀ ਐਸਾ ਕਿਉਂ ਵੀ ਜਿਹਨੂੰ ਜਿੱਥੇ ਉਹਦੇ ਪੰਜਾਬੀ ਬੋਲਦੇ ਇਲਾਕੇ ਵੀ ਉਹਦੇ ਤੋਂ ਕੱਟ ਲੈ ਗਏ, ਵੱਢ ਲੈ ਗਏ, ਖੋਏ ਜਾ ਰਹੇ ਆ। ਇਦਾਂ ਕਿਉਂ ਕੀਤਾ ਜਾ ਰਿਹਾ? ਹਜੇ 7-8 ਸਾਲ ਪਹਿਲਾਂ ਤੇ ਤੁਸੀਂ ਇਹ ਕਹਿ ਰਹੇ ਸੀ ਕਿ ਸਿੱਖ ਆਜ਼ਾਦੀ ਦਾ ਨਿੱਘ ਮੰਨਣਗੇ। 5 ਸਾਲ ਪਹਿਲਾਂ ਜਿਹੜਾ ਤੁਸੀਂ ਸੰਵਿਧਾਨ ਬਣਾ ਰਹੇ ਉਹਦੇ ਵਿੱਚ ਸਿੱਖਾਂ ਦੀ ਕੋਈ ਮਰਜ਼ੀ ਨਹੀਂ ਲਈ ਜਾਂਦੀ।
ਸਿੱਖਾਂ ਦੇ ਸਿਗਨੇਚਰ ਨਾ ਕਰਨ ਦੇ ਬਾਵਜੂਦ ਉਹ ਸੰਵਿਧਾਨ ਪਾਸ ਕੀਤਾ ਜਾਂਦਾ। ਫਿਰ ਪੰਜਾਬੀ ਬੋਲਦੇ, ਪੰਜਾਬੀ ਸਿੱਖਾਂ ਦੇ ਨਾਲ ਇੰਨਾ ਧੱਕਾ ਕਿਉਂ? ਸਿਰਫ ਇੱਕ ਗੱਲ ਰੱਖਣ ਲਈ, ਸੰਗਤੀ ਰੂਪ 'ਚ ਇਕੱਠੇ ਹੋਏ ਗ੍ਰਿਫਤਾਰੀਆਂ ਦੇਣ ਲਈ। ਕਿਸੇ ਦੇ ਕੋਲ ਕੋਈ ਹਥਿਆਰ ਨਹੀਂ, ਕਿਸੇ ਦੇ ਕੋਲ ਕੋਈ ਵੱਖਰੇ ਮੁਲਕ ਦੀ ਗੱਲ ਨਹੀਂ ਸੀ। ਜਿੱਦਾਂ ਹੁਣ ਕਹਿੰਦੇ ਆ ਵੀ 84 ਜੀ ਖਾਲਿਸਤਾਨ ਕਰਕੇ ਵਾਪਰ ਗਈ, ਜਾਂ ਉਹ ਹਥਿਆਰਾਂ ਕਰਕੇ ਵਾਪਰ ਗਈ, ਉਹ ਭਿੰਡਰਾਂ ਵਾਲਿਆਂ ਕਰਕੇ ਵਾਪਰ ਗਈ। 1955 'ਚ ਤਾਂ ਇਦਾਂ ਦੀ ਕੋਈ ਗੱਲ ਵੀ ਨਹੀਂ ਸੀ। ਗੱਲ ਸਿਰਫ ਇੰਨੀ ਸੀ ਕਿ ਸਾਡਾ ਹੱਕ ਸਾਨੂੰ ਦਿਓ। ਪਰ ਸਟੇਟ ਇਹ ਗੱਲ ਜਾਣਦੀ ਸੀ ਕਿ ਸਿੱਖ ਜਿਨ੍ਹਾਂ ਨੇ ਰਾਜ ਭਾਗ ਹੰਢਾਏ ਆ, ਉਹਨਾਂ ਨੇ 2 ਵਾਰ ਰਾਜ ਕੀਤਾ ਇਸ ਖਿੱਤੇ ਤੇ। ਤੇ ਜੇ ਇਹ ਤਾਕਤਵਰ ਹੋ ਗਏ, ਜੇ ਇਹਨਾਂ ਨੂੰ ਹੱਕ ਹਕੂਕ ਦੇ ਦਿੱਤੇ, ਇਹ ਅਗਰ ਸੁਖੀ ਹੋ ਗਏ ਤੇ ਇੱਕ ਦਿਨ ਰਾਜ ਦੀ ਮੰਗ ਕਰਨਗੇ। ਇਸ ਡਰ ਦੇ ਵਿੱਚੋਂ ਉਹ ਕੌਮ ਨੂੰ ਇਸ ਕਦਰ ਮਸਲਣਾ ਚਾਹੁੰਦੇ ਸੀ ਵੀ ਇਹਨਾਂ ਦੇ ਹਿਰਦਿਆਂ 'ਚ ਇੰਨੀ ਡੂੰਘੀ ਸੱਟ ਮਾਰੋ ਵੀ ਇਹ ਜ਼ਿੰਦਗੀ 'ਚ ਕਦੇ ਵੀ ਰਾਜ ਭਾਗ ਦੀ ਗੱਲ ਨਾ ਕਰਨ, ਜਾਂ ਆਪਦੇ ਹੱਕ ਲੈਣ ਦੀ ਗੱਲ ਨਾ ਕਰਨ। ਭਾਈ ਸਾਹਿਬ, ਮੇਰਾ ਸਵਾਲ ਹੈ ਕਿ ਤੁਸੀਂ ਕਿਹਾ ਵੀ ਹੱਕ, ਅੱਜ ਪਾਣੀਆਂ ਦੀ ਮੰਗ ਦੀ ਗੱਲ ਕਰਦੇ ਆ ਤਾਂ ਰਿਪੇਰੀਅਨ ਲਾਅ ਕੀ ਕਹਿੰਦਾ ਹੈ ਤੇ ਉਹਦੇ ਹਿਸਾਬ ਨਾਲ ਅੱਜ ਦੇ ਹਾਲਾਤ ਕੀ ਨੇ? ਦੇਖੋ ਜੀ, ਸਿੱਧੀ ਸਿੱਧੀ ਗੱਲ ਸਾਰੀ ਵਿਚਾਰਧਾਰਕ ਜੰਗ ਦੀ ਆ। ਤੁਸੀਂ ਅੱਜ ਪੰਜਾਬ ਮੰਨ ਲਵੇ ਕਿ ਜਿਹੜਾ ਇਹ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ, ਵੀ ਠੀਕ ਹੈ ਜੀ ਅਸੀਂ ਐਕਸੈਪਟ ਕੀਤਾ ਹਿੰਦੂ ਰਾਸ਼ਟਰ, ਲੈ ਤੁਹਾਨੂੰ ਸਾਰਾ ਪਾਣੀ ਵੀ ਦੇਣਗੇ, ਸਭ ਕੁਝ ਦੇਣਗੇ। ਜਦ ਤੱਕ ਤੁਸੀਂ ਆਪਣੀ ਅੱਡਰੀ ਹਸਤੀ, ਜਿਹੜੀ ਵੱਖਰੀ ਪਛਾਣ ਤੁਹਾਡੀ ਆਇਡੈਂਟੀਟੀ ਆ, ਤੁਸੀਂ ਉਸ ਆਇਡੈਂਟੀਟੀ ਨੂੰ ਲੈ ਕੇ ਚੱਲੋਗੇ ਤੇ ਤੁਸੀਂ ਇੰਡੀਅਨ ਸਟੇਟ ਦੇ ਚੈਲੰਜ ਹੋ। ਜਦੋਂ ਤੁਸੀਂ ਉਹਨਾਂ ਲਈ ਚੈਲੰਜ ਹੋ ਕਿ ਉਹ ਤੁਹਾਡਾ ਲੱਕ ਤੋੜਨ ਦੇ ਲਈ ਜਿਹੜੀ ਵੀ ਤੁਹਾਡੀ ਚੀਜ਼ ਤੁਹਾਨੂੰ ਤਾਕਤ ਦਿੰਦੀ ਆ, ਉਹ ਤੁਹਾਡੀ ਉਸ ਤਾਕਤ ਨੂੰ ਖਤਮ ਕਰਨਗੇ। ਉਹ ਸਿਰਫ ਉਸ ਤਾਕਤ ਨੂੰ ਖਤਮ ਕਰਨ ਦੇ ਹਿੱਤ ਦੇ ਨਾਲ ਹੀ ਸਿੱਖਾਂ ਦੇ ਨਾਲ ਇੰਨਾ ਧਰੋ ਕਮਾਉਂਦੇ ਆ, ਡਰਦੇ ਆ। ਦੇਖੀ ਵੀਰ ਪਿੱਛੇ ਕਾਰਨ ਸਿਰਫ ਇੰਨਾ ਕੀ ਆ ਜੀ। ਸਰਕਾਰਾਂ ਤਾਂ ਕਹਿੰਦੀਆਂ ਨਾ ਵੀ ਅਸੀਂ ਪੰਜਾਬ ਨੂੰ ਸਾਰਾ ਕੁਝ ਦੇ ਰਹੇ ਹਾਂ ਜੋ ਉਹਨਾਂ ਨੂੰ ਚਾਹੀਦਾ ਹੈਗਾ ਆ। ਪੰਜਾਬ ਦਾ ਇੱਕ ਆਪਣਾ ਚੁਣਿੰਦਾ ਨੁਮਾਇੰਦਾ ਹੈਗਾ ਆ, ਉਹ ਪੰਜਾਬ ਦੀ ਨੁਮਾਇੰਦਗੀ ਕਰ ਰਿਹਾ ਆ। ਭਗਵੰਤ ਮਾਨ ਸਾਹਿਬ ਇਸ ਟਾਈਮ ਹੋ ਚੁੱਕੀਆਂ ਕਿ ਜਦੋਂ ਉਹ ਇੱਕ ਨੀਕਰਧਾਰੀ ਜਿਹੜਾ RSS ਦਾ ਬੰਦਾ, ਉਹਨੂੰ ਆਪਣੇ ਪਿਓ ਦੀ ਤਰ੍ਹਾਂ ਨਤਮਸਤਕ ਹੁੰਦਾ ਸਿਰ ਝੁਕਾ ਕੇ, ਤੇ ਅਸੀਂ ਉਹਨੂੰ ਸਿੱਖਾਂ ਦਾ ਰਹਿਨੁਮਾ ਨਹੀਂ ਕਹਿ ਸਕਦੇ। ਉਹ ਕਿਸੇ ਪੋਲੀਟੀਕਲ ਪਾਰਟੀ ਦਾ ਰਹਿਨੁਮਾ ਹੋ ਸਕਦਾ। ਸਿੱਖਾਂ ਦੇ ਵਿੱਚ ਤੇ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਏਰੀਏ ਦੇ ਵਿੱਚੋਂ ਕਿੰਨੀ ਵੋਟ ਪੈ ਗਈ, ਤੇ ਸਿਮਰਨਜੀਤ ਸਿੰਘ ਮਾਨ ਤੇ ਖਾਲਿਸਤਾਨ ਦੇ ਨਾਂ ਦੇ ਉੱਤੇ ਵੋਟਿੰਗ ਲੜਦੇ ਆ ਨਾ। ਤੇ ਜਿਹੜਾ ਕਿਸਾਨੀ ਮੋਰਚਾ ਆ, ਇਹਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤ ਵਾਰ ਇਸ ਚੀਜ਼ ਦੇ ਝਲਕਾਰੇ ਪਏ ਆ ਭਈ ਸਿੱਖ ਇੰਡੀਅਨ ਪੋਲਿਟਿਕਸ ਜਿਹੜੀ ਹੈਗੀ ਆ ਉਹਨੂੰ ਰਿਜੈਕਟ ਕਰਦੇ ਆ, ਉਹਨੂੰ ਐਕਸੈਪਟ ਨਹੀਂ ਕਰਦੇ। ਸੋ ਜਾਨੀ ਕਿ ਜਿਹੜੀ ਨੁਮਾਇੰਦਗੀ ਹੁੰਦੀ ਹੈ, VOTING ਹੁੰਦੀ ਹੈ, ਉਹਦੇ ਵਿੱਚ ਵੀ ਤੁਹਾਡਾ ਪ੍ਰੋਪਰ ਵਿਸ਼ਵਾਸ ਨਹੀਂ ਹੈ? ਅਸੀਂ ਬਿਲਕੁਲ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕੋਈ ਬਿਲੀਵ ਨਹੀਂ ਕਰਦੇ। ਸੋ ਇਹ ਸਿੱਖ ਜਿਹੜੇ ਨੇ ਇਸ ਟਾਈਮ 4 ਜੁਲਾਈ ਉਸ ਨੂੰ ਯਾਦ ਕਰਦੇ ਹੋਏ, 4 ਜੁਲਾਈ 1955 ਨੂੰ ਇੱਕ ਵੱਡਾ ਸਾਕਾ ਅਸੀਂ ਕਹਿ ਸਕਦੇ ਹਾਂ ਵੀ ਉਹਦੇ ਵਿੱਚ ਜ਼ਖਮੀ ਹੋਏ ਸੀਗੇ। 1984 ਨੂੰ ਇੱਕ ਘੱਲੂਘਾਰਾ ਮੰਨਿਆ ਜਾਂਦਾ, ਤਾਂ ਉਸ ਤੋਂ ਪਹਿਲਾਂ ਹੀ ਇੱਕ ਹਮਲਾ ਜਿਹੜਾ ਸੀਗਾ ਦਰਬਾਰ ਸਾਹਿਬ ਤੇ ਹੁੰਦਾ ਹੈ। ਔਰ ਕਾਰਨ ਇਹ ਸੀਗਾ ਕਿ ਸਿੱਖ ਜਿਹੜੇ ਸੀਗੇ, ਉਹ ਪੰਜਾਬ ਦੇ ਲੋਕ ਜਿਹੜੇ ਸੀਗੇ, ਉਹ ਚਾਹੁੰਦੇ ਸੀਗੇ ਵੀ ਇੱਕ ਪੰਜਾਬੀ ਬੋਲਦੇ ਇਲਾਕੇ ਜਿਹੜੇ ਜਦੋਂ ਕੱਟੇ ਗਏ ਤਾਂ ਉਹ ਇੱਕ ਆਪਣਾ ਇੱਕ ਸੂਬਾ ਚਾਹੁੰਦੇ ਸੀਗੇ। ਉਹ ਸੂਬੇ ਦੀ ਮੰਗ ਨੂੰ ਲੈ ਕੇ ਇਕੱਤਰਤਾਵਾਂ ਜਿਹੜੀਆਂ ਉਹ ਹੋ ਰਹੀਆਂ ਸੀਗੀਆਂ, ਔਰ ਉਹਨਾਂ ਇਕੱਤਰਤਾਵਾਂ ਨੂੰ ਦਬਾਉਣ ਦੇ ਲਈ ਸਰਕਾਰ ਦੇ ਵੱਲੋਂ ਇਹ ਜਿਹੜਾ ਹਮਲਾ ਸੀ ਦਰਬਾਰ ਸਾਹਿਬ ਤੇ ਕੀਤਾ ਗਿਆ। ਔਰ ਇਸ ਹਮਲੇ ਦੇ ਵਿੱਚ ਜਿਹੜਾ ਸੀ ਸਿੱਖ ਸੰਗਤਾਂ ਵੱਡੀ ਪੱਧਰ ਦੇ ਉੱਪਰ ਜ਼ਖਮੀ ਹੋਈਆਂ, ਉਹਨਾਂ ਦੇ ਉੱਪਰ ਇੱਟੇ ਰੋੜੇ ਵੀ ਜਿਹੜੇ ਉਹ ਉਸ ਟਾਈਮ ਜਿਹੜਾ ਉਹ ਦੱਸਿਆ ਜਾਂਦਾ ਵੀ ਚੱਲੇ ਸੀਗੇ। ਸੋ ਹਾਲਾਤ ਜਿਹੜੇ ਸੀਗੇ ਉਸ ਸਮੇਂ ਦੇ, ਉਹ ਕੁਝ ਫੋਟੋਆਂ ਜਿਹੜੀਆਂ ਨੇ ਉਹ ਬਿਆਨ ਕਰਦੀਆਂ ਨੇ ਕਿ ਹਾਲਾਤ ਕੀ ਸੀਗੇ। ਇਹ ਫੋਟੋਆਂ ਇਹਨਾਂ ਦੇ ਹੱਥਾਂ ਦੇ ਵਿੱਚ ਹੈਗੀਆਂ ਨੇ ਉਸ ਸਮੇਂ ਦੀਆਂ, ਵੀ ਉਸ ਸਮੇਂ ਹਾਲਾਤ ਜਿਹੜੇ ਉਹ ਕੀ ਸੀਗੇ, ਕਿਸ ਪ੍ਰਕਾਰ ਜਿਹੜੀ ਪੁਲਿਸ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦੀ ਹੈ। ਔਰ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਤਸ਼ੱਦਦ ਜਿਹੜਾ ਆ, ਜਿਹੜੇ ਮੰਗਾਂ ਲੈ ਕੇ ਕੁਝ ਆਪਣੀ ਵਿਚਾਰਧਾਰਾ ਜਾਂ ਕੋਈ ਗੱਲਬਾਤ ਕਰਨ ਲਈ ਬੈਠੇ ਹੋਏ ਸੀਗੇ ਦੀਵਾਨ ਹਾਲ ਮੰਜੀ ਸਾਹਿਬ ਵਾਲੇ ਪਾਸੇ, ਉਹਨਾਂ ਨੂੰ ਜਿਹੜਾ ਆ ਉਹ ਬੁਰੀ ਤਰ੍ਹਾਂ ਜਿਹੜਾ ਉਹ ਕੁੱਟਿਆ ਮਾਰਿਆ ਜਾਂਦਾ ਹੈ। ਦਰਬਾਰ ਸਾਹਿਬ ਦੀ ਮਰਿਆਦਾ ਜਿਹੜੀ ਉਹ ਭੰਗ ਕੀਤੀ ਜਾਂਦੀ ਹੈ। ਸੋ ਹਾਲਾਤ ਇਹ ਸਿਰਫ ਦੱਸਣ ਮੁਤਾਬਕ ਨੇ, ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ ਜਿਹੜਾ ਸ਼ਾਇਦ ਸਾਡੀ ਜਾਣਕਾਰੀ ਦੇ ਵਿੱਚ ਨਾ ਹੋਵੇ। ਸੋ ਇਹ ਤਸਵੀਰਾਂ, ਇਹ ਜਿਹੜਾ ਮਾਰਚ ਹੈ ਇਸ ਟਾਈਮ ਇਹ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਜਾ ਰਿਹਾ ਹੈਗਾ। ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਇੱਕ ਵਾਰ
ਤਸਵੀਰਾਂ ਜਿਹੜੀਆਂ ਉਹ ਜ਼ਰੂਰ ਅੱਗੇ ਤੋਂ ਦਿਖਾ ਦਿਓ। ਚਾਰ ਜੁਲਾਈ 1955 ਨੂੰ ਯਾਦ ਕਰਦਿਆਂ ਹੋਏ ਸਿੱਖ ਸੰਗਤਾਂ ਜਿਹੜੀਆਂ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਅਰਦਾਸ ਕੀਤੀ ਗਈ ਔਰ ਸੰਗਤਾਂ ਜਿਹੜੀਆਂ ਨੇ ਉਹ ਬਾਹਰ ਆ ਰਹੀਆਂ ਨੇ। ਇਹ ਮਾਰਚ ਜਿਹੜਾ ਸੀਗਾ ਸੰਤੋਖਸਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੱਲਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ। ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮੌਜੂਦ ਸੀਗੀਆਂ ਔਰ ਇਤਿਹਾਸ ਨੂੰ ਜਿਹੜਾ ਉਹ ਯਾਦ ਕੀਤਾ ਗਿਆ। ਔਰ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਵੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਇਤਿਹਾਸ ਨੂੰ ਯਾਦ ਕਰਦਿਆਂ ਹੋਇਆਂ ਸ਼੍ਰੀ ਅਖੰਡਪੁਰ ਸਾਹਿਬ ਦੇ ਭੋਗ ਪਾਏ ਗਏ ਔਰ ਉੱਥੇ ਵੀ ਜਿਹੜਾ ਸਮਾਗਮ ਹੈ ਉਹ ਕੀਤਾ ਜਾ ਰਿਹਾ।